कॉल आती ਚੱਕੇ जाम की कैंडल मार्च की या किसी भी तरह की संयुक्त किसान मोर्चे वालों कॉल आती है। असी इत्थे यूथ लुधियाने शहर का उठ के ठाठा मारदा इकट्ठा कट्ठ करके असी इत्थे प्रदर्शन करते हैं। भीड़ तो बीजेपी की रैलियां भी हुंदा ये कट्ठ भीड़ नहीं वोटां पा के उन्होंने तख्तां ते पाया होया ते यही तख्त असी पटने आ भीड़ इकट्ठी करके। चैलेंज करते हैं नरेंद्र तोमर सरकार नूं कि साडे नाल ओपन डिबेट विद मीडिया करके असी बिलों के बारे डिस्कस करने नूं तैयार हाँ। सरकार हुण पूरी तरह नाल डर चुकी है, पर सरकार नूं असीं दसना चाहुंदे आ बई असीं 47 तो लेके 84 बहुत देख लियां, बहुत तुसीं चोरी कर ली है, बहुत तुसीं ठगी कर ली है, पर हुण असीं ये सब बंद करांगे। हुण सरकार नूं दसना चाहुंदे आ भी कल्ले बाबे नहीं नाल जवानी भी खड़ी है। ਜਿਹੜੀ ਔਰਤਾਂ ਹੈ ਉਹੀ ਸਾਡੇ ਕਿਸਾਨ ਮੋਰਚੇ ਦੀਆਂ ਤਾਕਤ ਬਣੀਆਂ ਹੋਈਆਂ ਉੱਥੇ। ਜੋ ਇਹ ਕਹਿ ਰਹੇ ਸੀ ਕਿ ਸੁਪਰੀਮ ਕੋਰਟ ਕੇ ਜਨਾਨੀਆਂ ਨੂੰ ਵਾਪਸ ਭੇਜਤਾ ਜਾਵੇ, ਔਰਤਾਂ ਦਾ ਉੱਥੇ ਕੀ ਕੰਮ ਹੈ, ਉਹ ਸਿਰਫ ਔਰਤ ਤੋਂ ਡਰਦੇ ਹੈ, ਔਰਤ ਦੀ ਤਾਕਤ ਤੋਂ ਡਰਦੇ ਹੈ। ਭੀੜ 'ਚ ਕਿੰਨੀ ਤਾਕਤ ਹੈ, ਉਹਨਾਂ ਨੂੰ ਪਤਾ ਹੈ ਕਿ ਜੇ ਸਾਰੀ ਜਨਤਾ ਇਕਜੁੱਟ ਹੋ ਗਈ ਤਾਂ ਉਹ ਕੀ ਕਰ ਸਕਦੀ ਹੈ। ਉਹ ਅੜੀ ਨਹੀਂ ਹੋਈ, ਉਹਨਾਂ ਨੂੰ ਸਿਰਫ ਇਹ ਲੱਗ ਰਿਹਾ ਕਿ ਅਸੀਂ ਜਿੱਦਣ ਕਾਨੂੰਨ ਵਾਪਸ ਕਰ ਲਏ ਤਾਂ ਸਾਡੀ ਇੱਕ ਇੱਜ਼ਤ ਜਿਹੜੀ ਥੱਲੇ ਲੱਗ ਜੂਗੀ, ਸਾਡਾ ਨੱਕ ਥੱਲੇ ਲੱਗ ਜੂਗਾ। ਉਹ ਅਸੀਂ मैं फार्मर नहीं हैगा, मैं बिजनेसमैन हाँ, पर मैं इस फीलिंग नाल खड़ा कि जो ये काले कानून ने ये जनरल महंगाई भी बहुत वधूगी, साडियां जेबां ते भी वार आए। जे एक तालाब च एक गंदी मछली आ जाए या कुछ अंदोलन च कुछ शरारती अंसर आ जाए, तुसीं पूरे अंदोलन नूं ब्लेम नहीं कर सकते। हम दो हमारे दो दे नारे ते चलने वाली सरकार है, ये कारपोरेट घराना की सरकार है, ये साडी जन लोगों की सरकार नहीं गी। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਗੁਰਦੀਪ ਸਿੰਘ ਲੰਮੇ। ਕਿਸਾਨ ਅੰਦੋਲਨ ਦਾ ਸਮਰਥਨ ਜਿਹੜਾ ਹੈ ਹਰ ਕੋਈ ਕਰ ਰਿਹਾ ਹੈ, ਪਿੰਡਾਂ ਦੇ ਵਿੱਚ ਵੀ ਸਮਰਥਨ ਹੋ ਰਿਹਾ, ਸ਼ਹਿਰਾਂ ਦੇ ਵਿੱਚ ਵੀ ਸਮਰਥਨ ਹੋ ਰਿਹਾ। ਕੁਝ ਨੌਜਵਾਨ ਨੇ ਜਿਹੜੇ ਅੱਜ ਆਰਤੀ ਚੌਂਕ ਦੇ ਵਿੱਚ ਮੌਜੂਦ ਨੇ, ਹੱਥਾਂ ਦੇ ਵਿੱਚ ਬੈਨਰ ਨੇ ਔਰ ਕਿਸਾਨਾਂ ਦਾ ਜਿਹੜਾ ਸਮਰਥਨ ਕਰ ਰਹੇ ਨੇ। ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਜਿਹੜੇ ਆ ਕਿਸਾਨਾਂ ਦੇ ਸਮਰਥਨ ਦੇ ਵਿੱਚ ਜਿਹੜੇ ਆ ਅੱਜ ਨੌਜਵਾਨ ਜਿਹੜਾ ਵਰਗ ਹੈ ਉਹ ਖੜਾ ਹੈ ਆਰਤੀ ਚੌਂਕ ਦੇ ਵਿੱਚ, ਹੱਥਾਂ ਦੇ ਵਿੱਚ ਬੈਨਰ ਨੇ। ਦੇਖ ਸਕਦੇ ਹੋ ਕਿ ਜੋਸ਼ ਜਿਹੜਾ ਨੌਜਵਾਨਾਂ ਦੇ ਵਿੱਚ ਕਿੰਨਾ ਆ। ਕਿਸਾਨਾਂ ਨੂੰ ਲੈ ਕੇ ਕਿਸਾਨ ਅੰਦੋਲਨ ਦਾ ਸਮਰਥਨ ਜਿਹੜਾ ਹੈ ਖੁੱਲ੍ਹ ਕੇ ਕੀਤਾ ਜਾ ਰਿਹਾ। ਜੋ ਲੋਕ ਕਹਿੰਦੇ ਨੇ ਕਿ ਕਿਸਾਨ ਜਿਹੜੇ ਬੈਠੇ ਹੋਏ ਨੇ ਤਾਂ ਉਹਨਾਂ ਦਾ ਸਮਰਥਨ ਕੋਈ ਨਹੀਂ ਕਰ ਰਿਹਾ, ਤਾਂ ਉਹਨਾਂ ਦੇ ਮੂੰਹ ਤੇ ਵੀ ਕਰਾਰੀ ਚਪੇੜ ਹੈ, ਕਿਉਂਕਿ ਨੌਜਵਾਨ ਜਿਹੜੇ ਹੈ, ਨੌਜਵਾਨ ਵਰਗ ਬਹੁਤ ਜ਼ਿਆਦਾ ਨੰਬਰਿੰਗ ਦੇ ਵਿੱਚ ਜਿਹੜੇ ਹੈ ਸਮਰਥਨ ਕਰਦੇ ਹੋਏ। ਕਿਉਂਕਿ ਪੂਰੇ ਦੇਸ਼ ਭਰ ਦੇ ਵਿੱਚ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਪੰਜਾਬ ਤੋਂ ਲੈ ਕੇ ਜਿਹੜੇ ਹੈ ਕੇਰਲਾ ਤੱਕ ਜਿਹੜੀ ਇਸ ਦੀ ਆਵਾਜ਼ ਗਈ ਔਰ ਜਿਹੜੇ ਵੱਖ-ਵੱਖ ਧਰਮਾਂ ਤੋਂ ਵੱਖ-ਵੱਖ ਸੂਬਿਆਂ ਤੋਂ ਜਿਹੜੇ ਹੈ ਲੋਕ ਜਿਹੜੇ ਇਕੱਠੇ ਹੋਏ, ਦਿੱਲੀ ਨੂੰ ਕੂਚ ਕੀਤਾ ਤੇ ਦਿੱਲੀ ਦੇ ਵਿੱਚ ਜਾ ਕੇ ਜਿਹੜਾ ਕਿਸਾਨਾਂ ਨੇ ਆਪਣਾ ਜਿਹੜੇ ਆ ਗੱਲ ਰੱਖੀ। ਤਾਂ ਗੱਲ ਕੀਤੀ ਜਾਵੇ ਸ਼ਹਿਰੀ ਵਰਗ ਦੀ, ਤਾਂ ਸ਼ਹਿਰੀ ਵਰਗ ਦੇ ਵਿੱਚੋਂ ਵੀ ਜਿਹੜਾ ਆ ਪੂਰਨ ਸਮਰਥਨ ਦਿੱਤਾ ਗਿਆ। ਨੌਜਵਾਨ ਵੀ ਜਿਹੜੇ ਨੇ ਅੱਜ ਮੌਜੂਦ ਨੇ ਇੱਥੇ ਲੁਧਿਆਣੇ ਦੇ ਵਿੱਚ ਆਰਤੀ ਚੌਂਕ ਦੇ ਵਿੱਚ। ਇਹਨਾਂ ਨਾਲ ਗੱਲਬਾਤ ਵੀ ਆਪਾਂ ਕਰਾਂਗੇ ਕੀ ਸੋਚਦੇ ਨੇ ਕਿਸਾਨ ਅੰਦੋਲਨ ਦੇ ਬਾਰੇ। ਵੀਰ ਜੀ, ਤੁਸੀਂ ਨੌਜਵਾਨ ਵਰਗ ਹੋ, ਲੇਕਿਨ ਸਰਕਾਰ ਕਹਿੰਦੀ ਆ ਨੌਜਵਾਨ ਜਿਹੜੇ ਹੈ ਇੱਥੇ ਮੌਜੂਦ ਨਹੀਂ ਹੈਗੇ, ਬਜ਼ੁਰਗ ਪਹੁੰਚੇ ਹੋਏ ਨੇ ਉੱਥੇ, ਬਜ਼ੁਰਗ ਉਹਨਾਂ ਕੋਈ ਸਮਰਥਨ ਹੀ ਨਹੀਂ ਕਰਦਾ ਪਿਆ ਕਿਸਾਨਾਂ ਦਾ। ਜੀ ਜਿੰਨਾ ਸਹਿਜ ਤੇ ਮਿੱਠਾ ਸਾਡੇ ਬਜ਼ੁਰਗਾਂ 'ਚ ਉਹ ਕਿਸੇ 'ਚ ਨਹੀਂ ਹੈਗਾ, ਅਸੀਂ ਆਪ ਕਹਿੰਦੇ ਆ। ਠੀਕ ਹੈ, ਜਿੰਨਾ ਸਾਡੇ ਤੋਂ ਜ਼ੋਰ ਲੱਗ ਸਕਦਾ, ਜਿੰਨਾ ਸੰਘਰਸ਼ 'ਚ ਅਸੀਂ ਦੇ ਸਕਦੇ ਹਾਂ, ਅਸੀਂ ਪਹੁੰਚਦੇ ਹਾਂ ਮੋਰਚਿਆਂ ਤੇ। ਮੈਂ ਵੀ ਸਿੰਘੂ ਬਾਰਡਰ 15 ਦਿਨ ਸੇਵਾ ਕਰਕੇ ਆਇਆ, ਪਰ ਜਿੰਨਾ ਵੀ ਅਸੀਂ ਇੱਥੇ ਆਪਦਾ ਯੋਗਦਾਨ ਦੇ ਸਕਦੇ ਇੱਥੇ ਦਿੰਦੇ ਆ। ਚਾਹੇ ਨੈਸ਼ਨਲ ਕੌਲ ਆਉਂਦੀ ਚੱਕੇ ਜਾਮ ਦੀ, ਕੈਂਡਲ ਮਾਰਚ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੌਲ ਆਉਂਦੀ ਆ, ਅਸੀਂ ਇੱਥੇ ਯੂਥ ਲੁਧਿਆਣੇ ਸ਼ਹਿਰ ਦਾ ਉੱਠ ਕੇ ਠਾਠਾ ਮਾਰਦਾ ਇਕੱਠਾ ਕੱਠ ਕਰਕੇ ਅਸੀਂ ਇੱਥੇ ਪ੍ਰਦਰਸ਼ਨ ਕਰਦੇ ਹਾਂ। ਜਦ ਵੀ ਸਾਨੂੰ ਮੌਕਾ ਮਿਲੇ ਅਸੀਂ ਪੂਰਾ ਯੋਗਦਾਨ ਨਾਲ ਦੇਣਾ ਕਿਸਾਨਾਂ ਦੇ। ਬੀਜੇਪੀ ਸਰਕਾਰ ਕਹਿੰਦੀ ਆ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਭਰਮਾਇਆ ਜਾ ਰਿਹਾ ਵਾ। ਨੌਜਵਾਨ ਕੀ ਸੋਚਦਾ ਵਾ ਕਿਸਾਨ ਅੰਦੋਲਨ ਦੇ ਬਾਰੇ? ਨੌਜਵਾਨ ਕੀ ਸੋਚਦਾ ਉਹ ਸਰਕਾਰਾਂ ਦੇ ਬਾਰੇ, ਜੋ ਸਰਕਾਰਾਂ ਕਹਿੰਦੀਆਂ ਨੇ ਕਿ ਇਹ ਅੰਦੋਲਨ ਜਿਹੜਾ ਹੈ ਬਸ ਇਕੱਠ ਭੀੜ ਇਕੱਠੀ ਕੀਤੀ ਹੋਈ ਹੈ? ਜੀ ਇਕੱਠ ਭੀੜ ਤਾਂ ਬੀਜੇਪੀ ਦੀ ਰੈਲੀਆਂ 'ਚ ਵੀ ਹੁੰਦਾ, ਇਹ ਇਕੱਠ ਭੀੜ ਨਹੀਂ ਵੋਟਾਂ ਪਾ ਕੇ ਉਹਨਾਂ ਨੂੰ ਤਖਤਾਂ ਤੇ ਪਾਇਆ ਹੋਇਆ ਤੇ ਇਹੀ ਤਖਤ ਅਸੀਂ ਪਟਨੇ ਆ ਭੀੜ ਇਕੱਠੀ ਕਰਕੇ। ਭੀੜ ਇਕੱਠੀ ਕਰਕੇ ਉਹਨਾਂ ਨੂੰ ਅਵੇਅਰ ਕਰਨ ਦੀ ਲੋੜ ਹੈ ਕਿ ਇਹ ਕਾਨੂੰਨਾਂ 'ਚ ਕਾਲਾ ਕੀ ਹੈ। ਐਸੈਂਸ਼ੀਅਲ ਕਮੋਡਿਟੀ ਐਕਟ ਜਿਹਨੂੰ ਕਹਿੰਦੇ ਹੋ ਤੁਸੀਂ, ਉਹਦੇ ਵਿੱਚ ਸਟਾਕਿੰਗ ਲਿਮਿਟ ਇਹਨਾਂ ਨੇ ਇੱਕਦਮ ਹਟਾਤੀ। ਸਟਾਕ ਕੌਣ ਕਰੂਗਾ? ਜਿਹਦੇ ਕੋਲ ਪੈਸੇ ਹੋਣਗੇ। ਜਿਵੇਂ ਅਦਾਨੀ ਦੇ ਸੀਲੋ ਲੱਗ ਚੁੱਕੇ ਮੋਗੇ ਵਿੱਚ, ਇਹਨਾਂ ਨੇ ਸਟਾਕ ਕਰਕੇ ਐਕਸਪ੍ਰੈਸਵੇ ਬਣਾ ਕੇ ਇਹਨਾਂ ਨੇ ਦੂਜੇ ਦੇਸ਼ਾਂ 'ਚ ਅਫਗਾਨਿਸਤਾਨ, ਉਜ਼ਬੇਕਿਸਤਾਨ ਇੱਥੇ ਇਹਨਾਂ ਨੇ ਆਪਦੇ ਸੀਡ ਵੀ ਪਹੁੰਚਾਉਣੇ ਆ ਤੇ ਕਿਸਾਨਾਂ ਨੂੰ MSP ਦੇਣਾ ਨਹੀਂ। ਅਸੀਂ ਕਿਸਾਨਾਂ ਦੇ MSP ਦੇ ਕਾਨੂੰਨੀ ਹੱਕ ਲਈ ਤੇ ਬਾਕੀ ਤਿੰਨੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਇਸੇ ਮੁਜ਼ਾਹਰੇ ਵਿੱਚ ਆਏ ਆ। ਨੌਜਵਾਨ ਵਰਗ ਸਾਰਾ ਪੜ੍ਹਿਆ ਹੋਇਆ ਹੈ,
ਮੈਂ ਪੇਸ਼ੇ ਦੇ ਤੌਰ ਤੇ ਇੱਕ ਇੰਜੀਨੀਅਰ ਹਾਂ, ਸਾਡੇ ਵਿੱਚ ਕਈ ਵਕੀਲ ਨੇ, ਕਈ ਬਿਜ਼ਨਸਮੈਨ ਨੇ, ਕਈ ਸਟੂਡੈਂਟ ਨੇ। ਵਕੀਲ ਕਿਹੜੇ ਵਾਲੇ ਵਕੀਲ ਨੇ? ਹੈਗਾ ਸੀਗਾ ਉੱਥੇ ਮੁੰਡਾ ਪਿੱਛੇ ਖੜਾ ਹੈ, ਉਹ ਵਕੀਲ ਹੈ। ਤੇ ਅਸੀਂ ਸਾਰੇ ਪੜ੍ਹੇ ਲਿਖੇ ਨੌਜਵਾਨ ਹਾਂ, ਅਸੀਂ ਸਭ ਨੇ ਬਿੱਲ ਪੜ੍ਹੇ ਆ A to Z। ਤੇ ਅਸੀਂ ਚੈਲੰਜ ਕਰਦੇ ਹਾਂ ਨਰਿੰਦਰ ਤੋਮਰ ਸਰਕਾਰ ਨੂੰ ਕਿ ਸਾਡੇ ਨਾਲ ਓਪਨ ਡਿਬੇਟ ਵਿਦ ਮੀਡੀਆ ਕਰਕੇ ਅਸੀਂ ਬਿੱਲਾਂ ਦੇ ਬਾਰੇ ਡਿਸਕਸ ਕਰਨ ਨੂੰ ਤਿਆਰ ਹਾਂ। ਡਿਬੇਟ ਕਰਨ ਨੂੰ ਤਿਆਰ ਹੋ ਤੁਸੀਂ? ਯੈਸ, ਜਦੋਂ ਮਰਜ਼ੀ ਅਸੀਂ ਇੱਥੇ ਲੁਧਿਆਣੇ ਸ਼ਹਿਰ ਦੇ ਨੌਜਵਾਨ ਇਕੱਠੇ ਹੋ ਕੇ ਓਪਨ ਡਿਬੇਟ ਔਨ ਪ੍ਰੈਸ ਕਾਨਫਰੰਸ ਤਿਆਰ ਹਾਂ। ਤੇ ਗੱਲਬਾਤ ਕੀਤੀ ਆ, ਹੋਰ ਵੀ ਇੱਕ ਮੌਜੂਦ ਨੇ ਸਾਡੇ ਨਾਲ ਸ਼ਖਸ, ਨੌਜਵਾਨ ਨੇ। ਨਵੀਂ ਜਵਾਨੀ ਅਗਲੇ ਕਹਿੰਦੇ ਆ ਜੀ ਨੌਜਵਾਨਾਂ ਨੂੰ ਵਰਗਲਾਇਆ ਜਾ ਰਿਹਾ ਵਾ। ਹਾਂਜੀ, ਤੁਹਾਨੂੰ ਵਰਗਲਾਇਆ ਜਾ ਕੇ ਤੁਸੀਂ ਪੜ੍ਹੇ ਆ ਇਹ ਕਾਨੂੰਨ? ਨਹੀਂ ਜੀ, ਮੈਂ ਆਪ BSc ਐਗਰੀਕਲਚਰ ਦਾ ਸਟੂਡੈਂਟ ਆ। ਜਿੰਨੇ ਆਪਣੇ ਕਿਸਾਨ ਉੱਥੇ ਬੈਠੇ ਆ ਉਹ ਬਿਲਕੁਲ ਸ਼ਾਂਤਮਈ ਪ੍ਰਦਰਸ਼ਨ ਕਰਦੇ ਪਏ ਆ। ਸੌਕਾ ਇਹਨਾਂ ਨੇ ਕਿੰਨੀ ਵਾਰੀ ਉਹ ਅੰਦੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ। ਸਾਡੀ ਆਹੀ ਸਰਕਾਰ ਨੂੰ ਬੇਨਤੀ ਆ ਕਿ ਇਹ 3 ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਉਦੋਂ ਬਾਅਦ ਤੇ ਸਾਡੇ ਕਿਸਾਨਾਂ ਤੇ ਜਿਵੇਂ ਸਿੰਘੂ ਬਾਰਡਰ ਤੇ ਵੀ ਇਹਨਾਂ ਨੇ ਹਮਲਾ ਕਰਾਇਆ ਵਾ, ਉਵੇਂ ਸ਼ਰਾਰਤੀ ਅਨਸਰਾਂ ਨੂੰ ਨਾ ਭੇਜਿਆ ਜਾਵੇ ਤੇ ਸਾਡੇ ਆ 3 ਕਾਲੇ ਕਾਨੂੰਨਾਂ ਨੂੰ ਵਾਪਸ ਲੈ ਲਿੱਤਾ ਜਾਵੇ। ਤੇ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿ ਅੱਗੇ ਜਿਹੜੇ ਆ ਨੌਜਵਾਨ ਹੋਰ ਵੀ ਖੜੇ ਨੇ, ਤਾਂ ਨੌਜਵਾਨਾਂ ਨਾਲ ਅੱਗੇ ਵੀ ਗੱਲਬਾਤ ਕਰਾਂਗੇ। ਮੁੰਡੇ ਵੀ ਮੌਜੂਦ ਨੇ। ਕੀ ਸੋਚਦੇ ਹੋ ਕਿ ਅੱਜ ਤੁਸੀਂ ਇੱਥੇ ਆਰਤੀ ਚੌਂਕ ਦੇ ਵਿੱਚ ਖੜੇ ਹੋ, ਲੇਕਿਨ ਸਰਕਾਰ ਉਹਨਾਂ ਨੂੰ ਅੱਤਵਾਦੀ ਜਾਂ ਕੁਝ ਹੋਰ ਤਰ੍ਹਾਂ ਕਿਸੇ ਨਾਲ ਟੈਗ ਦੇ ਰਹਿੰਦੀ ਆ, ਦੇਸ਼ ਦਰੋਹੀ ਕਹਿ ਰਹਿੰਦੀ ਆ ਜੋ ਅੰਦੋਲਨ ਕਰਦੇ ਨੇ? ਦੇਖੋ ਜੀ, ਸਰਕਾਰ ਹੁਣ ਡਰੀ ਹੋਈ ਹੈ। ਅੱਜ ਅਸੀਂ ਆਰਤੀ ਚੌਂਕ ਦੇ ਵਿੱਚ ਆਏ ਆ। ਚੰਡੀਗੜ੍ਹ ਵਾਲਿਆਂ ਨੇ ਜੋ ਸ਼ੁਰੂ ਕੀਤਾ ਸੀ ਪ੍ਰੋਗਰਾਮ, ਚੰਡੀਗੜ੍ਹ ਤੋਂ ਲੈ ਕੇ ਪੂਰੀ ਦੁਨੀਆ ਦੇ ਵਿੱਚ ਅੱਜ ਇਹ ਅੰਦੋਲਨ ਜਾ ਚੁੱਕਿਆ ਵਾ। ਰਿਹਾਨਾ ਵਰਗੀਆਂ ਪੌਪ ਸਟਾਰ ਸਾਡੇ ਹੱਕ ਦੇ ਵਿੱਚ ਟਵੀਟ ਕਰ ਰਹੀਆਂ ਨੇ। ਸਰਕਾਰ ਹੁਣ ਬੁਰੀ ਤਰ੍ਹਾਂ ਨਾਲ ਡਰ ਚੁੱਕੀ ਆ। ਪਰ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਬਈ ਅਸੀਂ 47 ਤੋਂ ਲੈ ਕੇ 84 ਬਹੁਤ ਦੇਖ ਲਈਆਂ, ਬਹੁਤ ਤੁਸੀਂ ਚੋਰੀ ਕਰ ਲਈ ਆ, ਬਹੁਤ ਤੁਸੀਂ ਠੱਗੀ ਕਰ ਲਈ ਹੈ। ਪਰ ਹੁਣ ਅਸੀਂ ਇਹ ਸਭ ਬੰਦ ਕਰਾਂਗੇ। ਹੁਣ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਇਕੱਲੇ ਬਾਬੇ ਨਹੀਂ, ਨਾਲ ਜਵਾਨੀ ਵੀ ਖੜੀ ਹੈ। ਤਾਂ ਕੁੜੀਆਂ ਵੀ ਮੌਜੂਦ ਨੇ, ਕੁੜੀਆਂ ਨਾਲ ਵੀ ਗੱਲਬਾਤ ਕਰਦੇ ਆ ਅੰਦੋਲਨ ਦੇ ਵਿੱਚ। ਲੜਕੀਆਂ ਵੀ ਅੰਦੋਲਨ ਦੇ ਵਿੱਚ ਸ਼ਾਮਲ ਹੋਈਆਂ ਨੇ। ਲੜਕੀਆਂ ਪਹਿਲਾਂ ਵੀ ਸ਼ਾਮਲ ਹੋਈਆਂ ਸੀਗੀਆਂ, ਲੇਕਿਨ ਸਰਕਾਰ ਕਹਿੰਦੀ ਆ ਵੀ ਉੱਥੇ ਬਜ਼ੁਰਗ ਨੇ ਇਕੱਲੇ, ਹੋਰ ਕੋਈ ਹੈ ਹੀ ਨਹੀਂ ਅੰਦੋਲਨ ਦੇ ਵਿੱਚ, ਸ਼ਾਮਲ ਹੀ ਨਹੀਂ ਹੈਗਾ, ਸ਼ਹਿਰ ਦਾ ਕੋਈ ਵਰਗ ਹੀ ਹੈ ਨਹੀਂ ਇੱਥੇ। ਮੈਂ ਜਿੰਨਾ ਵੀ ਹਜੇ ਤੱਕ ਸੋਸ਼ਲ ਮੀਡੀਆ ਦੇਖਿਆ, ਬਹੁਤ ਸਾਰੀ ਜਨਾਨੀਆਂ ਜਿਹੜੀਆਂ ਹੈਗੀਆਂ ਉੱਥੇ ਗਈਆਂ ਤੇ ਸਭ ਤੋਂ ਅੱਗੇ ਟਰੈਕਟਰ ਮਾਰਚ ਕਰਦੀਆਂ ਹੋਈਆਂ ਮੈਨੂੰ ਜਨਾਨੀਆਂ ਦਿਖੀਆਂ ਜੋ ਅੱਗੇ ਹੈ। ਤੇ ਜਿਹੜੀ ਔਰਤਾਂ ਹੈ ਉਹੀ ਸਾਡੇ ਕਿਸਾਨ ਮੋਰਚੇ ਦੀਆਂ ਤਾਕਤ ਬਣੀਆਂ ਹੋਈਆਂ ਉੱਥੇ, ਜੋ ਇਹ ਕਹਿ ਰਹੇ ਸੀ ਕਿ ਸੁਪਰੀਮ ਕੋਰਟ ਕਿ ਜਨਾਨੀਆਂ ਨੂੰ ਵਾਪਸ ਭੇਜ ਦਿੱਤਾ ਜਾਵੇ, ਔਰਤਾਂ ਦਾ ਉੱਥੇ ਕੀ ਕੰਮ ਹੈ। ਉਹ ਸਿਰਫ ਔਰਤ ਤੋਂ ਡਰਦੇ ਹੈ, ਔਰਤ ਦੀ ਤਾਕਤ ਤੋਂ ਡਰਦੇ ਹੈ। ਉਹਨਾਂ ਨੂੰ ਪਤਾ ਹੈ ਕਿ ਜੇ ਔਰਤ ਪ੍ਰੋਟੈਸਟ 'ਚ ਆ ਗਈ ਤਾਂ ਉਹ ਕੀ ਕੁਝ ਕਰ ਸਕਦੀ ਹੈ। ਤਾਂ ਇਸ ਲਈ ਉਹਨਾਂ ਨੇ ਇੱਦਾਂ ਕਿਹਾ ਸੀਗਾ ਕਿ ਔਰਤਾਂ ਨੂੰ ਵਾਪਸ ਭੇਜ ਦਿੱਤਾ ਜਾਵੇ। ਤੇ ਰਹੀ ਗੱਲ ਬਜ਼ੁਰਗਾਂ ਦੀ, ਬਜ਼ੁਰਗ ਦੇ ਨਾਲ ਉੱਥੇ ਨੌਜਵਾਨ ਤੇ ਨਾਲ ਹੀ ਭਾਰੀ ਤਾਦਾਦ 'ਚ ਕੁੜੀਆਂ ਵੀ ਹੈਗੀਆਂ, ਬਹੁਤ ਕੁੜੀਆਂ ਇੱਥੋਂ ਵੀ ਗਈਆਂ ਤੇ ਬਹੁਤ ਜਿਹੜੀਆਂ ਖੇਤਾਂ 'ਚ ਕੰਮ ਕਰਦੀਆਂ ਉਹ ਵੀ ਉੱਥੇ ਪਹੁੰਚੀਆਂ ਹੋਈਆਂ ਨੇ। ਤੋਮਰ ਦੇ ਵੱਲੋਂ ਬਿਆਨ ਆਉਂਦਾ ਹੈ, ਨਰਿੰਦਰ ਤੋਮਰ ਕਹਿੰਦੇ ਨੇ ਕਿ ਭੀੜ ਇਕੱਠੀ ਕਰਨ ਦੇ ਨਾਲ ਕਦੇ ਵੀ ਕੋਈ ਵੀ ਅੰਦੋਲਨ ਨਹੀਂ ਮੰਨੇ ਜਾਂਦੇ ਹੁੰਦੇ, ਕਦੇ ਕਾਨੂੰਨ ਵਾਪਸ ਨਹੀਂ ਹੁੰਦੇ। ਉਹਨਾਂ ਨੇ ਕਿਹਾ ਭੀੜ ਵਾ ਉੱਥੇ ਜਿੰਨੀ ਵੀ ਇਕੱਠੀ ਹੋਈ। ਉਹ ਸਿਰਫ ਇਸ ਲਈ ਕਹਿ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਭੀੜ 'ਚ ਕਿੰਨੀ ਤਾਕਤ ਹੈ। ਉਹਨਾਂ ਨੂੰ ਪਤਾ ਹੈ ਕਿ ਜੇ ਸਾਰੀ ਜਨਤਾ ਇਕਜੁੱਟ ਹੋ ਗਈ ਤਾਂ ਉਹ ਕੀ ਕਰ ਸਕਦੀ ਹੈ। ਉਹ ਬਸ ਇਸ ਚੀਜ਼ ਤੋਂ ਡਰਦੇ ਆ, ਜਿਹਦੇ ਕਰਕੇ ਉਹ ਕਹਿੰਦੇ ਕਿ ਭੀੜ ਨੂੰ ਉੱਥੋਂ ਰੋਕੋ ਤੇ ਕਰੋਨਾ ਵਗੈਰਾ ਵਰਗੀ ਐਗਜ਼ਾਮਪਲਾਂ ਦੇ ਕੇ ਉਹ ਭੀੜ ਨੂੰ ਭੜਕਾਉਣਾ ਚਾਹੁੰਦੇ ਆ। ਹੋਰ ਵੀ ਲੇਡੀ ਮੌਜੂਦ ਨੇ, ਸਾਡੇ ਨਾਲ ਗੱਲਬਾਤ ਕਰਦੇ ਆ। ਮੈਮ, ਜਦੋਂ ਗਾਜ਼ੀਪੁਰ ਬਾਰਡਰ ਦੀ ਗੱਲ ਆਉਂਦੀ ਹੈ ਜਾਂ ਕਿਸੇ ਹੋਰ ਬਾਰਡਰ ਦੀ, ਟਿਕਰੀ ਬਾਰਡਰ ਦੀ ਗੱਲ ਆਉਂਦੀ ਹੈ, ਸਿੰਘੂ ਬਾਰਡਰ ਦੀ ਗੱਲ ਆਉਂਦੀ ਹੈ, ਨੇਲਸ ਲਗਾ ਦਿੱਤੀਆਂ ਗਈਆਂ ਨੇ। ਇੱਦਾਂ ਬਣਾ ਦਿੱਤਾ ਗਿਆ ਜਿਵੇਂ ਪਾਕਿਸਤਾਨ ਦਾ ਬਾਰਡਰ ਹੁੰਦਾ ਆ, ਬਾਰਡਰ ਲੱਗਦੇ ਹੁੰਦੇ ਜਿਵੇਂ ਜੰਗ ਛੱਡਣ ਵਾਲੀ ਹੁੰਦੀ ਆ। ਨੇਲਸ ਲਗਾ ਦਿੱਤੀਆਂ ਸਰਕਾਰ ਦੇ ਵੱਲੋਂ, ਕੀ ਕਹਿਣਾ ਚਾਹੋਗੇ ਇਸ ਦੇ? ਮੈਂ ਤਾਂ ਇਹ ਕਹਿਣਾ ਚਾਹੂੰਗੀ ਕਿ ਆਪਣਾ ਦੇਸ਼, ਆਪਣਾ ਜਲੂਸ, ਇੱਕ ਵੀ ਆਪਣਾ ਜਿੰਨਾ ਨਾਮ ਬਣਿਆ ਸੀ ਹਿੰਦੁਸਤਾਨ ਦਾ, ਆਪਣਾ ਮਿੱਟੀ 'ਚ ਕਰਨ ਵਾਸਤੇ ਸਰਕਾਰ ਹੀ ਜ਼ਿੰਮੇਵਾਰ ਹੈ ਉਹਦੀ। ਸਰਕਾਰ ਨਹੀਂ ਮੰਨਦੀ। ਸਰਕਾਰ ਕਹਿੰਦੀ ਹੈ ਕਾਨੂੰਨ ਇੱਕ ਵਾਰੀ ਅੜ ਗਏ, ਅਸੀਂ ਹੁਣ ਵਾਪਸ ਨਹੀਂ ਲੈਣੇ ਹੈਗੇ। ਉਹ ਅੜੀ ਨਹੀਂ ਹੋਈ, ਉਹਨਾਂ ਨੂੰ ਸਿਰਫ ਇਹ ਲੱਗ ਰਿਹਾ ਕਿ ਅਸੀਂ ਜਿੱਦਣ ਕਾਨੂੰਨ ਵਾਪਸ ਕਰ ਲਏ ਤਾਂ ਸਾਡੀ ਇੱਕ ਇੱਜ਼ਤ ਜਿਹੜੀ ਥੱਲੇ ਲੱਗ ਜੂਗੀ, ਸਾਡਾ ਨੱਕ ਥੱਲੇ ਲੱਗ ਜੂਗਾ। ਉਹਨਾਂ ਨੂੰ ਪਤਾ ਵੀ ਹੈ ਵੀ ਇਹ ਸਾਰੇ ਕਾਨੂੰਨ ਗਲਤ ਹੈ। ਹਰ ਚੀਜ਼ ਸਮਝਦੇ ਹੋਇਆ ਵੀ ਸਿਰਫ ਆਪਣੀ ਇੱਕ ਇੱਜ਼ਤ, ਝੂਠੀ ਇੱਜ਼ਤ ਬਚਾਉਣ ਪਿੱਛੇ ਹੋਏ ਸਭ ਕਰ ਰਹੇ ਹੈ। ਸਰ, ਤੁਸੀਂ ਕੀ ਕਹਿਣਾ ਚਾਹੋਗੇ ਇਸ ਅੰਦੋਲਨ ਦੇ ਬਾਰੇ? ਅੰਦੋਲਨ ਜਿਹੜਾ ਆ ਕਾਫੀ ਲੰਬੇ ਸਮੇਂ ਤੋਂ ਚੱਲਦਾ ਪਿਆ ਵਾ, ਸਰਕਾਰ ਨਹੀਂ ਸੁਣਦੀ ਹੈਗੀ। ਸਰਕਾਰ ਕਹਿੰਦੀ ਅਸੀਂ ਇੱਕ ਵਾਰੀ ਬਸ ਸਟੈਪ ਪੱਟ ਲਿਆ ਤਾਂ ਪਿੱਛੇ ਨਹੀਂ ਹੋਣਾ ਹੈਗਾ, ਅੱਗੇ ਹੀ ਵਧਣਾ, ਬੈਕ ਨਹੀਂ ਆ ਸਕਦੇ। ਸਰ ਫਿਰ ਅੰਦੋਲਨ ਵੀ ਦੇਖੋ ਤੁਸੀਂ, ਅੰਦੋਲਨ ਵੀ ਪਿੱਛੇ ਨਹੀਂ ਜਾ ਰਿਹਾ, ਪਹਿਲਾਂ ਨਾਲੋਂ ਕਿੰਨਾ ਸਟਰੋਂਗ ਹੋ ਚੁੱਕਿਆ। ਮੈਂ ਫਾਰਮਰ ਨਹੀਂ ਹੈਗਾ, ਮੈਂ ਬਿਜ਼ਨਸਮੈਨ ਆ, ਪਰ ਮੈਂ ਇਸ ਫੀਲਿੰਗ ਨਾਲ ਖੜਾ ਕਿ ਜੋ ਇਹ ਕਾਲੇ ਕਾਨੂੰਨ ਨੇ ਇਹਦੇ ਨਾਲ ਜਨਰਲ ਮਹਿੰਗਾਈ ਵੀ ਬਹੁਤ ਵਧੂਗੀ, ਸਾਡੀਆਂ ਜੇਬਾਂ 'ਤੇ ਵੀ ਵਾਰ ਆਏ। ਤੇ ਇਹ ਮੇਰੇ ਨਾਲ ਇਹ ਐਡਵੋਕੇਟ ਨੇ। ਦੇਖੋ ਅੱਜ ਇਕੱਲੇ ਕਿਸਾਨ ਨਹੀਂ, ਅੱਜ ਹਰ ਕਮਿਊਨਿਟੀ ਤੋਂ, ਹਰ ਸੈਕਟਰ ਤੋਂ ਬੰਦੇ ਜੁੜ ਰਹੇ ਨੇ ਇਸ ਅੰਦੋਲਨ ਨਾਲ। ਤਾਂ ਇਸ ਲਈ ਮੈਨੂੰ ਲੱਗ ਰਿਹਾ ਵੀ ਸਰਕਾਰ ਸਿਰਫ ਫੋਕੀਆਂ ਗੱਲਾਂ ਕਰ ਰਹੀ ਆ।
ਵੀ ਉਹ ਕੋਈ ਉਹਨਾਂ ਦੀਆਂ ਗੱਲਾਂ 'ਚ ਦਮ ਨਹੀਂ ਆ, ਕਾਨੂੰਨ ਉਹਨਾਂ ਨੂੰ ਵਾਪਸ ਲੈਣੇ ਹੀ ਪੈਣਗੇ। ਐਡਵੋਕੇਟ ਸਾਹਿਬ ਤੁਸੀਂ ਆਏ ਹੋ ਇੱਥੇ, ਛੋਟੀ ਜੀ ਗੱਲ ਕਰਨੀ ਚਾਹੁੰਦੇ, ਸਿਰਫ ਛੋਟੀ ਜੀ। ਤੁਸੀਂ ਐਡਵੋਕੇਟ ਹੋ, ਠੀਕ ਆ, ਤੁਸੀਂ ਕਾਨੂੰਨ ਰੀਡ ਵੀ ਕਰ ਲਏ ਹੋਣਗੇ, ਤੁਹਾਨੂੰ ਠੀਕ ਨਹੀਂ ਪਤਾ ਵੀ ਲੱਗ ਗਿਆ ਹੋਊਗਾ, ਲੇਕਿਨ ਸਰਕਾਰ ਕਹਿੰਦੀ ਹੈ ਕਿ ਜਿਹੜੇ ਅੰਦੋਲਨ ਵਿੱਚ ਗਏ ਹੋਏ ਨੇ ਜਾਂ ਇੱਥੇ ਖੜਦੇ ਨੇ ਉਹਨਾਂ ਨੇ ਕਾਨੂੰਨ ਹੀ ਨਹੀਂ ਪੜ੍ਹੇ ਹੋਏ ਹੈਗੇ। ਸਰਕਾਰ ਤਾਂ ਕੁਝ ਵੀ ਕਹੂਗੀ ਜੀ, ਹੁਣ ਸਰਕਾਰ ਦਾ ਅੱਗੇ, ਕਿਉਂਕਿ ਉਹ ਗਲਤ ਆ, ਬਸ ਇੱਕ ਉਹ ਆਪਣੀ ਈਗੋ ਤੇ ਆ ਵੀ ਹੁਣ ਈਗੋ ਸੈਟੀਸਫਾਈ ਉਹਨਾਂ ਦੀ ਉਹ ਹੋਣੀ ਚਾਹੀਦੀ ਆ, ਲਾਈਕ ਉਹਨਾਂ ਇਗੋਇਸਟਿਕ ਹੋਗੀ ਥੋੜੀ ਜੀ। ਈਗੋਇਸਟਿਕ ਆ, ਹੋਰ ਕੋਈ ਇਸ਼ੂ ਨਹੀਂ ਹੈਗਾ। ਉਹ ਗਲਤ ਆ, ਲਾਅ ਬਿਲਕੁਲ ਗਲਤ ਆ, ਬਿਲਕੁਲ ਇਹ ਵਾਪਸ ਹੋਣੇ ਚਾਹੀਦੇ ਆ। ਅਸੀਂ ਫਾਰਮਰਸ ਦੇ ਨਾਲ ਆ ਬਿਲਕੁਲ। ਸੋ ਇਹ ਨੌਜਵਾਨ ਨੇ, ਤਾਂ ਨੌਜਵਾਨ ਤੁਹਾਨੂੰ ਇੱਕ ਮੂਹਰੇ ਆ ਕੇ ਤੁਹਾਨੂੰ ਇੱਕ ਹੋਰ ਤਸਵੀਰ ਦਿਖਾਉਂਦੇ ਆ ਕਿੱਦਾਂ ਸਪੀਕਰ ਲਾ ਕੇ ਜਿਹੜਾ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ, ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜੋ ਲੋਕ ਇਸ ਅੰਦੋਲਨ ਦਾ ਹਿੱਸਾ ਨਹੀਂ ਬਣੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਇਸ ਅੰਦੋਲਨ ਦਾ ਹਿੱਸਾ ਬਣਿਆ ਜਾਵੇ, ਤਾਂ ਕਿ ਜਿਹੜੇ ਆ ਕਿਸਾਨ ਜੋ ਬੈਠੇ ਹੋਏ ਨੇ ਬਾਰਡਰਾਂ ਦੇ ਉੱਤੇ, ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ। ਇਹਦਾ ਹਰੇਕ ਦਾ ਨੁਕਸਾਨ ਹੋਊਗਾ। ਨੌਜਵਾਨ ਏਕਤਾ ਜਿੰਦਾਬਾਦ ਜਿੰਦਾਬਾਦ। ਤੁਹਾਨੂੰ ਅਖੀਰਲਾ ਕੁਐਸਚਨ ਪੁੱਛਣਾ ਚਾਹੁੰਦਾ ਮੈਂ, ਨੌਜਵਾਨੀ ਵੀ ਆ ਗਈ, ਬਜ਼ੁਰਗ ਵੀ ਆ ਗਏ, ਮਹਿਲਾਵਾਂ ਵੀ ਆ ਗਈਆਂ, ਸਰਕਾਰ ਨਹੀਂ ਮੰਨਦੀ ਪਈ ਹੈਗੀ। ਹੁਣ ਜੇ ਬਾਈ ਚਾਂਸ ਮੰਨ ਲਓ ਸਰਕਾਰ ਸਟੈਂਡ ਇਦਾਂ ਹੀ ਰੱਖਦੀ ਹੈ, ਤਾਂ ਬਾਅਦ ਵਿੱਚ ਕਿੱਦਾਂ ਦਾ ਸਟੈਪ ਲਿਆ ਜਾਊਗਾ ਨੌਜਵਾਨਾਂ ਦੇ ਵੱਲੋਂ? ਜਿਸ ਸਰਕਾਰ ਤੇ ਅਸੀਂ ਹਜੇ ਵੀ ਕਹਿੰਦੇ ਆ, ਲਾਸਟ ਮੂਮੈਂਟ ਤੱਕ ਕਵਾਂਗੇ, ਅਸੀਂ ਨੌਜਵਾਨ ਗਰਮ ਖੂਨੀ ਜ਼ਰੂਰ ਆ, ਪਰ ਬਜ਼ੁਰਗਾਂ ਦੇ ਪਹਿਰੇ ਤੇ ਚੱਲਾਂਗੇ। ਅਸੀਂ ਪੂਰਾ ਪੀਸਫੁਲਨੈਸ ਚੱਲਾਂਗੇ, ਪੈਦਲ ਮਾਰਚ ਕਰਾਂਗੇ, ਜਿਹੜੇ ਮਰਜ਼ੀ ਐਕਸ਼ਨ ਕਰੀਏ, ਸਰਕਾਰ ਤੇ ਪ੍ਰੈਸ਼ਰ ਪਾਉਣ ਵਾਲੇ ਕਰਾਂਗੇ, ਲੇਕਿਨ ਅਸੀਂ ਵਾਇਲੈਂਟ ਨਹੀਂ ਹੋਵਾਂਗੇ। ਅਸੀਂ ਕੋਈ ਅਜਿਹੀ ਸਟੈਪ ਨਹੀਂ ਚੱਕਾਂਗੇ ਜੇ ਸਰਕਾਰ ਨੂੰ ਮੌਕਾ ਮਿਲਦੇ ਸਾਨੂੰ ਪਿੱਛੇ ਖੜੇ ਰਹਿਣ ਦਾ। ਜਿਹੜਾ ਪੀਸਫੁਲ ਰਹਿ ਗਿਆ ਉਹ ਅੰਦੋਲਨ ਜਿੱਤ ਗਿਆ। ਜੇ ਕਿਸੇ ਨੇ ਮਾੜੀ ਮੋਟੀ ਵੀ ਹਿੰਸਾ ਕੀਤੀ ਤਾਂ ਨਰਿੰਦਰ ਮੋਦੀ ਇਸ ਜੰਗ ਨੂੰ ਜਿੱਤ ਗਿਆ। ਉਹੀ ਗੱਲ ਕੀ ਜਾਂਦੇ, ਕਹਿੰਦੇ ਜਦੋਂ ਵੀ ਆ ਵਾਇਲੈਂਸ ਦੀ ਗੱਲ ਆਉਂਦੀ ਹੈ, 26 ਤਰੀਕ ਦੀ ਪਰੇਡ ਕਹਿ ਜਾਂਦੇ ਨੇ, ਤੁਸੀਂ 26 ਤਰੀਕ ਦੀ ਪਰੇਡ ਨੂੰ ਲਾਲ ਕਿਲੇ ਝੰਡਾ ਲਹਿਰਾਤਾ ਜੀ, ਝੰਡਾ ਲਹਿਰਾਤਾ, ਅੰਦੋਲਨ ਨੂੰ ਵੀਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਹਿੰਦੇ ਜੀ ਜੇ ਇੱਕ ਤਲਾਬ 'ਚ ਇੱਕ ਗੰਦੀ ਮਛਲੀ ਆ ਜਾਏ ਜਾਂ ਕੁਝ ਅੰਦੋਲਨ 'ਚ ਕੁਝ ਸ਼ਰਾਰਤੀ ਅਨਸਰ ਆ ਜਾਣ, ਤੁਸੀਂ ਪੂਰੇ ਅੰਦੋਲਨ ਨੂੰ ਬਲੇਮ ਨਹੀਂ ਕਰ ਸਕਦੇ। ਇਹ ਅੰਦੋਲਨ ਸ਼ੁਰੂ ਤੋਂ ਲੈ ਕੇ ਐਂਡ ਤੱਕ ਐਵੇਂ ਹੀ ਪੀਸਫੁਲਨੈਸ ਚੱਲੂਗਾ। ਜੇ ਅਸੀਂ ਲਾਲ ਕਿਲੇ ਜਾਣਾ ਹੁੰਦਾ ਤਾਂ ਪਹਿਲੇ ਦਿਨ ਹੀ ਚਲੇ ਜਾਣਾ ਸੀਗਾ, ਇੰਨੀ ਭੀੜ ਲੈ ਕੇ, ਇੰਨੀ ਇਕੱਠ ਲੈ ਕੇ, ਲੇਕਿਨ ਅਸੀਂ ਪੀਸਫੁਲਨੈਸ ਨੂੰ ਸਪੋਰਟ ਕਰਦੇ ਹਾਂ। ਗਾਂਧੀ ਜੀ ਦੇ ਕਦਮਾਂ 'ਤੇ ਚੱਲਣ ਵਾਲੀ ਕੌਮ ਆ ਅਸੀਂ ਪੀਸਫੁਲਨੈਸ 'ਚ ਹੀ ਰਵਾਂਗੇ। ਅਖੀਰਲਾ ਕੁਐਸਚਨ, ਇੱਕ ਨੌਜਵਾਨ ਰੁਜ਼ਗਾਰ ਦੇ ਬਾਰੇ ਤੇ ਈਵੀਐਮ ਦੇ ਬਾਰੇ ਕੀ ਸੋਚਦਾ ਹੈ? ਕਿ ਉਸ ਦੇ ਬਾਰੇ ਵੀ ਕੋਈ ਸਵਾਲ ਚੁੱਕਣੇ ਨੇ? ਰੋਜ਼ਗਾਰ ਬਾਰੇ ਤਾਂ ਇਹੀ ਕਹਿੰਦਾ ਕਿ ਮੋਦੀ ਸਾਹਿਬ ਨੇ ਕਿਹਾ ਸੀ ਕਿ ਹਰੇਕ ਨੂੰ ਰੋਜ਼ਗਾਰ ਦੇਵਾਂਗੇ। SGL ਦਾ ਹਜੇ ਤੱਕ ਰਿਜ਼ਲਟ ਨਹੀਂ ਆਇਆ, ਇੰਨੀਆਂ ਵੈਕੈਂਸੀਆਂ ਪਈਆਂ। ਲੋਕਡਾਊਨ 'ਚ ਵੀ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਦੇ ਮੁੰਡੇ ਗਰਾਊਂਡਾਂ ਜਾ ਪ੍ਰੈਕਟਿਸ ਕਰਦੇ ਰਹੇ, ਆਰਮੀ 'ਚ ਭਰਤੀ ਹੋਣ ਦੀਆਂ, ਪਰ ਅੱਜ ਤੱਕ ਇਹਨਾਂ ਨੇ SGL ਦਾ ਰਿਜ਼ਲਟ ਨਹੀਂ ਕੱਢਿਆ। SSSC ਦੀ ਪੋਸਟਾਂ ਖਾਲੀ ਪਈਆਂ ਨੇ। ਹਰ ਰੋਜ਼ ਟਵਿੱਟਰ ਤੇ ਮੋਦੀ ਰੋਜ਼ਗਾਰ ਦੋ ਦਾ ਇੱਕ ਹੈਸ਼ਟੈਗ ਚੱਲਦਾ, ਜਿਹਦੇ 6-6 ਮਿਲੀਅਨ ਵਿਊ ਆ ਰਹੇ ਨੇ, ਟਵੀਟ ਆ ਰਹੇ ਨੇ, ਪਰ ਮੋਦੀ ਸਰਕਾਰ ਤਸ ਤੋਂ ਮਸ ਨਹੀਂ ਹੋ ਰਹੀ। ਇਹਨਾਂ ਨੂੰ ਬਸ ਹਮ ਦੋ ਹਮਾਰੇ ਦੋ ਦੇ ਨਾਰੇ ਤੇ ਚੱਲਣ ਵਾਲੀ ਸਰਕਾਰ ਹੈ। ਇਹ ਕਾਰਪੋਰੇਟ ਘਰਾਣਾ ਦੀ ਸਰਕਾਰ ਹੈ, ਇਹ ਸਾਡੀ ਜਨ ਲੋਕਾਂ ਦੀ ਸਰਕਾਰ ਨਹੀਂ ਗੀ। ਮੋਦੀ ਸਾਹਿਬ ਤਾਂ ਕਹਿੰਦੇ ਸੀ ਵੀ ਅੱਛੇ ਦਿਨ ਆਉਣਗੇ। ਅੱਛੇ ਦਿਨ ਕਾਹਦੇ ਆਏ? ਕਿਸਾਨਾਂ ਨੂੰ ਇਹਨਾਂ ਨੇ ਸੜਕ ਤੇ ਬਹਿਣ ਲਾਤਾ। ਉਦੋਂ ਬਾਅਦ ਜਿਹੜੇ ਆਪਣੇ ਜਵਾਨ ਸੀਗੇ, ਆਪਣੇ ਜਿਹੜੇ ਬੱਚੇ ਸਟੂਡੈਂਟ ਆ, ਉਹ ਅੱਗੇ ਆਪਣੇ ਫਿਊਚਰ ਦੀ ਖਾਤਰ ਹੁਣ ਬਾਹਰ ਜਾਣ ਲੱਗ ਗਏ। ਸੌਕਾ ਇਹਨਾਂ ਨੇ ਸਾਰੇ ਮੁਕਾਤੇ ਇੱਥੇ ਜਿੰਨੇ ਵੀ ਸੀਗੇ ਰੁਜ਼ਗਾਰ। ਤੇ ਕਾਹਦੇ ਅੱਛੇ ਦਿਨ ਆਏ ਆ? ਮੋਦੀ ਸਾਹਿਬ ਨੂੰ ਮੇਰੀ ਆਹ ਅਪੀਲ ਆ। ਈਵੀਐਮ ਦੇ ਬਾਰੇ ਕੀ ਕਹਿਣਾ? ਈਵੀਐਮ ਦੇ ਬਾਰੇ, ਕਿਉਂਕਿ ਈਵੀਐਮ ਦੀ ਗੱਲ ਚੱਕੀ ਆ ਰਹੀ, ਕਹਿੰਦੇ ਈਵੀਐਮ ਜਿਹੜੀ ਹੈ, ਜੇ ਈਵੀਐਮ ਦੇ ਨਾਲ ਵੋਟਾਂ ਨਾ ਹੋਣ ਤਾਂ ਸਰਕਾਰਾਂ ਇਹਨਾਂ ਨਵੀਆਂ ਬਣ ਜਾਣ। ਜੀ EVM ਬਾਰੇ ਤਾਂ ਹੁਣ ਸਰਕਾਰ ਦੱਸ ਸਕਦੀ ਹੈ, ਲੇਕਿਨ ਅਸੀਂ ਇਹ ਗੱਲ ਕਹਿਣਾ ਚਾਹਾਂਗੇ ਕਿ EVM ਨਾ ਹੋਵੇ ਚਾਹੇ ਬੈਲਟ ਪੇਪਰ ਨਾ, ਜਦ ਤੱਕ ਧਰਮ ਦੇ ਆਧਾਰ ਤੇ ਰਾਜਨੀਤੀ ਕਰਨਗੇ ਤਾਂ ਇਹ ਨੁਕਸਾਨਦਾਇਕ ਹੈ ਸਾਡੇ ਦੇਸ਼ ਲਈ, ਆਉਣ ਵਾਲੀ ਕੌਮਾਂ ਲਈ, ਆਉਣ ਵਾਲੇ ਜਨਰੇਸ਼ਨ ਲਈ। ਜਦ ਧਰਮ ਦੇ ਆਧਾਰ ਤੇ ਛੱਡ ਕੇ ਵਿਕਾਸ ਦੇ ਆਧਾਰ ਤੇ ਵੋਟਾਂ ਤੇ ਰਾਜਨੀਤੀ ਹੋਣ ਲੱਗ ਗਈ, ਤਦ ਹੀ ਦੇਸ਼ ਤਰੱਕੀ ਦੇ ਰਾਹ ਤੇ ਤੁਰ ਸਕਦਾ, ਤਦ ਤੱਕ ਦੇਸ਼ ਦੇ ਵਿੱਚ ਇਨਕਲਾਬ ਨਹੀਂ ਆ ਸਕਦਾ। ਸੋ ਸ਼ਹਿਰੀ ਨੌਜਵਾਨਾਂ ਦੇ ਵੱਲੋਂ ਜਿਹੜਾ ਹੈ ਕਿਸਾਨਾਂ ਸਮਰਥਨ ਕੀਤਾ ਗਿਆ ਔਰ ਕਿਸਾਨੀ ਮੁੱਦੇ ਨੂੰ ਚੱਕਿਆ ਗਿਆ। ਨੌਜਵਾਨਾਂ ਦੇ ਵੱਲੋਂ ਕੀ ਕਿਸਾਨਾਂ ਸਮਰਥਨ ਕੀਤਾ ਜਾ ਰਿਹਾ ਹੈ ਔਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਕਿ ਜਿਹੜੇ ਕਾਨੂੰਨ ਨੇ ਜੋ ਕਿਸਾਨ ਨਹੀਂ ਚਾਹੁੰਦੇ ਤਾਂ ਉਹਨਾਂ ਨੂੰ ਰੱਦ ਕਰਨਾ ਚਾਹੀਦਾ ਹੈ। ਇਹ ਨੌਜਵਾਨਾਂ ਦੀ ਮੰਗ ਹੈ ਤੇ ਸਮਰਥਨ ਕੀਤਾ ਜਾ ਰਿਹਾ ਹੈ ਆਰਤੀ ਚੌਂਕ ਲੁਧਿਆਣਾ ਦੇ ਵਿੱਚ ਖੜ ਕੇ। ਸੋ ਦੇਰੀ ਅਪਡੇਟ ਸੀ, ਜੁੜੋ ਲੁਧਿਆਣਾ ਟਾਈਮਸ ਦੇ ਨਾਲ। ਕੈਮਰਾਮੈਨ ਤੁਹਾਡੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।